ਪਿਆਰੇ ਬੱਚਿਓ, 9ਵੀਂ ਕਲਾਸ ਦੀ ਰੋਜ਼ਾਨਾ ਅਸਾਈਨਮੈਂਟ ਵਿੱਚੋਂ ਅੱਜ ਆਪਾਂ ਪਾਠ ਤੀਸਰਾ ਏ ਭਾਗ ਭਾਰਤ ਜਲ ਪ੍ਰਵਾਹ ਕਰਾਂਗੇ। ਜਲ ਪ੍ਰਵਾਹ ਤੋਂ ਮਤਲਬ ਹੈ ਨਦੀਆਂ ਦਾ ਪ੍ਰਵਾਹ, ਪਾਣੀ ਦਰਿਆਵਾਂ ਦੇ ਰਾਹੀਂ ਕਿੱਧਰੋਂ ਕਿੱਧਰ ਨੂੰ ਜਾਂਦਾ ਆ। ਤਾਂ ਤੁਸੀਂ ਆਹ ਨਕਸ਼ਾ ਜੋ ਵਿੱਚ ਸਾਡੀ ਅਸਾਈਨਮੈਂਟ 'ਚ ਦਿੱਤਾ ਆ ਦੇਖੋਗੇ। ਕੁਛ ਨਦੀਆਂ ਤੁਹਾਨੂੰ ਨੀਲੇ ਰੰਗ ਦੀਆਂ ਨਜ਼ਰ ਆ ਰਹੀਆਂ, ਗੰਗਾ, ਬ੍ਰਹਮਪੁੱਤਰ, ਸਤਲੁਜ, ਬਿਆਸ, ਰਾਵੀ, ਇੰਡਸ ਲਿਖਿਆ, ਨਰਮਦਾ, ਮਹਾਨਦੀ, ਯਮੁਨਾ। ਤਾਂ ਇਹ ਸਾਰੀਆਂ ਨਦੀਆਂ ਆ ਜਿਹੜੀਆਂ ਪਾਣੀ ਭਾਰਤ ਦੇ ਵਿੱਚੋਂ ਲੈ ਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਪਹੁੰਚਾਉਂਦੀਆਂ ਹਨ। ਹਿਮਾਲਯ ਨਦੀ ਤੰਤਰ, ਹਿਮਾਲਯ ਯਾਨੀ ਹਿਮਾਲਯ ਪਰਬਤ ਦੇ ਬਾਰੇ ਆਪਾਂ ਪੜ੍ਹਾਂਗੇ। ਉਹਦਾ ਨਦੀ ਤੰਤਰ ਕਿਹੋ ਜਿਹਾ ਆ। ਨਦੀ ਦਰਿਆਵਾਂ ਨੂੰ ਕਹਿੰਦੇ ਆ ਬੱਚਿਓ, ਹਿੰਦੀ ਭਾਸ਼ਾ ਦਾ ਸ਼ਬਦ ਹੈ ਨਦੀ। ਕਈ ਵਾਰੀ ਬੱਚੇ ਭੁਲੇਖਾ ਖਾ ਜਾਂਦੇ ਵੀ ਨਦੀ ਕੀ ਆ। ਪੰਜਾਬੀ 'ਚ ਦਰਿਆ ਕਹਿੰਦੇ ਆ, ਹਿੰਦੀ 'ਚ ਨਦੀ ਕਹਿੰਦੇ ਆ। ਹਿਮਾਲਯ ਦੇ ਨਦੀ ਤੰਤਰ ਵਿੱਚ 3 ਪ੍ਰਮੁੱਖ ਨਦੀਆਂ ਸਿੰਧ, ਗੰਗਾ ਅਤੇ ਬ੍ਰਹਮਪੁੱਤਰ ਅਤੇ ਉਹਨਾਂ ਦੀਆਂ ਸਹਾਇਕ ਨਦੀਆਂ ਆਉਂਦੀਆਂ ਹਨ। ਸੋ ਕਹਿਣ ਦਾ ਮਤਲਬ ਇਹ ਆ ਵੀ ਸਭ ਤੋਂ ਮੇਨ ਨਦੀਆਂ ਜਿਹੜੀਆਂ ਵੱਡੀਆਂ ਨਦੀਆਂ ਜਿਹਨੂੰ ਆਪਾਂ ਕਹਿੰਦੇ ਉਹ ਇਹ ਤਿੰਨੇ ਆ, ਗੰਗਾ, ਬ੍ਰਹਮਪੁੱਤਰ ਅਤੇ ਸਤਲੁਜ। ਹਿਮਾਲਯ ਦੀਆਂ ਕਈ ਨਦੀਆਂ ਹਿਮਾਲਯ ਪਰਬਤ ਦੇ ਬਣਨ ਤੋਂ ਪਹਿਲਾਂ ਵੀ ਵਹਿੰਦੀਆਂ ਸਨ। ਯਾਨੀ ਹਿਮਾਲਯ ਜਦੋਂ ਬਣਿਆ ਆ ਨਾ, ਆਪਾਂ ਪੜ੍ਹਿਆ ਹਿਮਾਲਯ ਦੇ ਬਾਰੇ ਵੀ ਹਿਮਾਲਯ ਪਰਬਤ ਜਵਾਨ ਪਰਬਤ ਆ। ਕਿਸੇ ਵੇਲੇ ਇੱਥੇ ਟੈਥੀਜ਼ ਨਾਂ ਦਾ ਸਮੁੰਦਰ ਹੁੰਦਾ ਸੀ। ਹੌਲੀ ਹੌਲੀ ਧਰਤੀ ਦੇ ਵਿੱਚ ਕੁਛ ਐਸੇ ਪਰਿਵਰਤਨ ਆਏ ਵੀ ਉੱਥੋਂ ਉਹ ਜਗ੍ਹਾ ਜਿਹੜੀ ਉੱਪਰ ਨੂੰ ਉੱਠਣੀ ਸ਼ੁਰੂ ਹੋ ਗਈ, ਜਿਹੜੀ ਹੁਣ ਵੀ ਉੱਠ ਰਹੀ ਆ। ਆਪਾਂ ਪੜ੍ਹਦੇ ਹਾਂ ਆਪਣੇ ਵਿਸ਼ੇ ਦੇ ਵਿੱਚ, ਤਾਂ ਹਿਮਾਲਯ ਪਰਬਤ ਕਹਿੰਦੇ ਹੁਣ ਵੀ ਕਈ ਸੈਂਟੀਮੀਟਰ ਜਿਹੜੇ ਆ ਹਰ ਸਾਲ ਉੱਚੇ ਉੱਠ ਰਹੇ ਹਨ। ਉਹਨਾਂ ਦੀ ਉਚਾਈ ਹਰ ਸਾਲ ਵੱਧਦੀ ਆ। ਹਿਮਾਲਯ ਦੀ ਕਈ ਨਦੀਆਂ ਜਿਹੜੀਆਂ ਆ ਉਹ ਹਿਮਾਲਯ ਪਰਬਤ ਬਣਨ ਤੋਂ ਪਹਿਲਾਂ ਉੱਥੇ ਵਗ ਰਹੀਆਂ ਸਨ। ਸਿੰਧ, ਸਤਲੁਜ, ਅਲਕਨੰਦਾ, ਗੰਡਕ, ਕੋਸੀ ਅਤੇ ਬ੍ਰਹਮਪੁੱਤਰ ਨਦੀਆਂ ਦੇ ਡੂੰਘੇ ਖੱਡ ਇਸ ਗੱਲ ਦੇ ਗਵਾਹ ਹਨ। ਖੱਡ ਯਾਨੀ ਡੂੰਘਾਈ, ਜਿਵੇਂ ਆਪਾਂ ਪਹਾੜ ਤੋਂ ਉੱਪਰ ਹੇਠਾਂ ਨੂੰ ਦੇਖਾਂਗੇ ਉਹ ਜਿਹੜੀ ਨੀਵੀਂ ਥਾਂ ਜਿਹੜੀ ਸਾਰੀ ਉਹ ਖੱਡ ਆ ਥੱਲੇ ਤੱਕ, ਉਹਨੂੰ ਆਪਾਂ ਖੱਡ ਕਹਿੰਦੇ ਹਾਂ ਨਾ। ਸੋ ਇਹ ਨਦੀਆਂ ਪੂਰਵ ਜਲ ਨਿਕਾਸ ਦੀ ਉਦਾਹਰਨਾਂ ਹਨ। ਜਲ ਨਿਕਾਸ ਮਤਲਬ ਬਾਹਰ, ਪਾਣੀ ਨੂੰ ਬਾਹਰ ਕੱਢਣਾ। ਜਲ ਨਿਕਾਸ ਦੀ ਉਦਾਹਰਨ ਹੈ। ਹਿਮਾਲਯ ਦੀਆਂ ਨਦੀਆਂ ਬਾਰਾਂ ਅਤੇ ਮਾਸ ਦਾ ਮਤਲਬ ਇੱਥੇ ਹੈਗਾ ਮਹੀਨੇ। ਹਿਮਾਲਯ ਦੀਆਂ ਨਦੀਆਂ ਜਿਹੜੀਆਂ ਜਿੰਨੀਆਂ ਵੀ ਆਪਾਂ ਪੜ੍ਹੀਆਂ ਉੱਪਰ, ਉਹ ਸਾਰੀਆਂ ਬਾਰਾਂਮਾਸੀ ਆ। ਬਾਰਾਂਮਾਸੀ ਮਤਲਬ ਸਾਰਾ ਸਾਲ ਵਹਿੰਦੀਆਂ ਆ। ਪਹਾੜਾਂ 'ਤੇ ਬਰਫ਼ ਪਿਘਲਣ ਨਾਲ ਇਹਨਾਂ ਵਿੱਚ ਸਾਰਾ ਸਾਲ ਪਾਣੀ ਭਰਿਆ ਰਹਿੰਦਾ ਹੈ, ਕਿਉਂਕਿ ਪਹਾੜਾਂ ਦੇ ਉੱਤੇ ਜਿਹੜੀ ਬਰਫ਼ ਹੁੰਦੀ ਆ ਉਹ ਪਿਘਲਦੀ ਰਹਿੰਦੀ ਆ ਸਾਰਾ ਸਾਲ ਹੀ। ਤਾਂ ਇਹ ਪਾਣੀ ਜਿਹੜਾ ਇਹਨਾਂ ਵਿੱਚ ਰਹਿੰਦਾ ਆ। ਇਹ ਸੀ ਸਾਡੀ ਅਸਾਈਨਮੈਂਟ। ਪ੍ਰਸ਼ਨ ਹੈ ਅੱਗੇ, ਆਪਾਂ ਪ੍ਰਸ਼ਨ ਦੇਖਣੇ ਆ ਵੀ ਕਿਹੜਾ ਪ੍ਰਸ਼ਨ ਦਾ ਆਨਸਰ ਕੀ ਆ। ਹਿਮਾਲਯ ਨਦੀ ਤੰਤਰ ਵਿੱਚ ਕਿੰਨੀਆਂ ਨਦੀਆਂ ਪ੍ਰਮੁੱਖ ਹਨ? ਕਿੰਨੀਆਂ ਨਦੀਆਂ ਪ੍ਰਮੁੱਖ ਆ? 3 ਨਦੀਆਂ ਦੇ ਬਾਰੇ ਆਪਾਂ ਪੜ੍ਹਿਆ ਵੀ 3 ਨਦੀਆਂ ਜਿਹੜੀਆਂ ਉਹ ਪ੍ਰਮੁੱਖ ਆ। ਤਾਂ ਆਨਸਰ ਸਾਡਾ ਹੈਗਾ। ਨੈਕਸਟ ਕੁਐਸਚਨ ਸਾਡਾ ਹੈਗਾ ਦੂਸਰਾ, ਹਿਮਾਲਯ ਦੀ ਕਈ ਨਦੀਆਂ ਹਿਮਾਲਯ ਪਰਬਤ ਦੇ ਬਣਨ ਤੋਂ ਪਹਿਲਾਂ ਵੀ ਵਹਿੰਦੀਆਂ ਸਨ। ਇਸ ਦਾ ਪ੍ਰਮਾਣ ਕਿੱਥੋਂ ਮਿਲਦਾ ਹੈ? ਕਿੱਥੋਂ ਪ੍ਰਮਾਣ ਮਿਲਦਾ ਹੈ? ਉਹਨਾਂ ਦੇ ਡੂੰਘੇ ਖੱਡਾਂ ਤੋਂ। ਪਰਮਿੰਦਰ ਦਾ ਘਰ ਰੂਪਨਗਰ ਜ਼ਿਲ੍ਹੇ ਵਿੱਚ ਸਤਲੁਜ ਦਰਿਆ ਦੇ ਕੰਢੇ 'ਤੇ ਹੈ, ਜੋ ਸਾਰਾ ਸਾਲ ਵਹਿੰਦਾ ਰਹਿੰਦਾ ਹੈ। ਉਹ ਇਸ ਦਰਿਆ ਨੂੰ ਕੀ ਕਹੇਗਾ? ਸਾਰਾ ਸਾਲ ਜਿਹੜਾ ਦਰਿਆ ਵਹਿੰਦਾ ਉਹਨੂੰ ਆਪਾਂ ਕਹਿੰਦੇ ਹਾਂ ਬਾਰਾਂਮਾਸੀ ਦਰਿਆ। ਸੋ ਇਹ ਆਨਸਰ ਹੈ ਬੱਚੋ। ਪੈਰਾ ਜਿਹੜਾ ਉੱਪਰ ਦਿੱਤਾ ਹੁੰਦਾ ਉਹਨੂੰ ਧਿਆਨ ਨਾਲ ਪੜ੍ਹਨਾ ਹੈ ਨਾ, ਸਾਰੇ ਆਨਸਰ ਵਿੱਚੋਂ ਹੀ ਲੱਭਦੇ ਤੁਹਾਨੂੰ। ਬਾਰਾਂਮਾਸੀ ਦਰਿਆ ਦਾ ਮੁੱਖ ਸੋਮਾ ਕੀ ਹੈ? ਵੀ ਕੀ ਕਾਰਨ ਹੈ ਵੀ ਬਾਰਾਂਮਾਸੀ ਦਰਿਆ ਜਿਹੜਾ ਆ ਸਾਰਾ ਸਾਲ ਪਾਣੀ ਉਹਦੇ 'ਚ ਆਉਂਦਾ ਰਹਿੰਦਾ ਆ? ਤਾਂ ਕਾਰਨ ਉਹਦੇ 'ਚ ਕੀ ਹੈਗਾ ਵੀ ਪਹਾੜਾਂ ਦੀ ਜਿਹੜੀ ਬਰਫ਼ ਆ
ਉਹ ਪਿਘਲਦੀ ਆ ਅਤੇ ਉਹਦੇ ਪਿਘਲਣ ਦੇ ਨਾਲ ਪਾਣੀ ਜਿਹੜਾ ਆ ਦਰਿਆਵਾਂ ਦੇ ਰਾਹੀਂ ਹੇਠਾਂ ਨੂੰ ਆਉਂਦਾ ਆ। ਸੋ ਇਹ ਸਾਡਾ ਜਲ ਪ੍ਰਵਾਹ ਦਾ ਰੋਜ਼ਾਨਾ ਅਸਾਈਨਮੈਂਟ ਸੀਗੀ। ਨੈਕਸਟ ਅਗਲੀ ਅਸਾਈਨਮੈਂਟ ਹੈ, ਕਿਉਂਕਿ 2 ਦਿਨ ਹੋ ਗਏ ਆਪਾਂ ਅਸਾਈਨਮੈਂਟ ਨਹੀਂ ਕਰ ਸਕੇ, ਇਹ ਵੀ ਜਲ ਪ੍ਰਵਾਹ ਦੇ ਨਾਲ ਸੰਬੰਧਿਤ ਆ। ਇਹਦੇ ਵਿੱਚ ਵੀ ਉਹੀ ਨਕਸ਼ਾ ਸੇਮ ਆ ਗਿਆ ਆ, ਪਰ ਸਿਰਫ ਇਹਦੇ 'ਚ ਨਦੀ ਇੱਕ ਦਿਖਾਈ ਗਈ ਹੈ ਨਾ। ਇਹ ਨਦੀ ਕਿਹੜੀ ਆ? ਇਹ ਸਿੰਧ ਨਦੀ, ਜਿਹੜੀ ਨੀਲੀ ਤੁਹਾਨੂੰ ਨਜ਼ਰ ਆ ਰਹੀ ਹੈ ਨਾ, ਇਹ ਉੱਪਰਲੇ ਪਾਸੇ ਜਿਹੜਾ ਹੈਗਾ ਇਹ ਸਾਰੀ ਸਿੰਧ ਨਦੀ ਆ। ਅੱਜ ਆਪਾਂ ਸਿੰਧ ਨਦੀ ਦੇ ਬਾਰੇ ਪੜ੍ਹਾਂਗੇ। ਸਿੰਧ ਅਤੇ ਉਸ ਦੀਆਂ ਸਹਾਇਕ ਨਦੀਆਂ, ਇਹ ਅੱਜ ਦਾ ਆਪਣਾ ਟੌਪਿਕ ਹੈਗਾ। ਕਿਉਂਕਿ ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ ਵੀ 3 ਪ੍ਰਮੁੱਖ ਦਰਿਆ ਜਿਹੜੇ ਹੈਗੇ ਆ ਉਹ ਹਿਮਾਲਿਆ ਪਰਬਤ ਦੇ ਵਿੱਚੋਂ ਨਿਕਲਦੇ ਆ, ਜਿਹੜੇ ਸਾਰੇ ਭਾਰਤ ਦੇ ਵਿੱਚ ਜਾਂ ਉੱਤਰੀ ਭਾਰਤ ਦੇ ਏਰੀਏ ਨੂੰ ਸਿੰਚਾਈ ਕਰਦੇ ਆ। ਸਿੰਧ ਅਤੇ ਉਸ ਦੀਆਂ ਸਹਾਇਕ ਨਦੀਆਂ। ਸਿੰਧ ਨਦੀ ਸਮੁੰਦਰ ਤਲ ਤੋਂ 5182 ਮੀਟਰ ਦੀ ਉਚਾਈ 'ਤੇ ਤਿੱਬਤ ਦੇ ਬੋਖਰ ਸ਼ੂ ਹਿਮ ਨਦੀ ਤੋਂ ਨਿਕਲਦੀ ਹੈ। 5182 ਮੀਟਰ ਦੀ ਉਚਾਈ ਸਮੁੰਦਰ ਤਲ ਤੋਂ। ਜਦੋਂ ਵੀ ਕਿਸੇ ਖੇਤਰ ਦੀ ਭਾਵੇਂ ਆਪਾਂ ਜਲੰਧਰ ਦੀ ਲੈਣੀ ਹੋਵੇ, ਭਾਵੇਂ ਆਪਾਂ ਕਪੂਰਥਲੇ ਦੀ ਉਚਾਈ ਦੇਖਣੀ ਹੋਵੇ, ਤਾਂ ਹਮੇਸ਼ਾ ਸਮੁੰਦਰ ਦੇ ਤਲ ਤੋਂ ਲਈ ਜਾਂਦੀ ਹੈ। ਇੱਕ ਪ੍ਰਮਾਣਕ ਏਰੀਆ ਕੱਢਿਆ ਜਾਂਦਾ ਵੀ ਆਹ ਸਮੁੰਦਰ ਦਾ ਤਲ ਆ, ਇੱਥੋਂ ਫਿਰ ਉਹਦੀ ਉਚਾਈ ਲਈ ਜਾਂਦੀ ਆ। ਅਤੇ ਸਿੰਧ ਜਿਹੜਾ ਦਰਿਆ ਆ ਉਹਦੀ ਸਮੁੰਦਰ ਤਲ ਤੋਂ ਉਚਾਈ 5182 ਮੀਟਰ ਹੈ ਅਤੇ ਤਿੱਬਤ ਦੇ ਬੋਖਰ ਸ਼ੂ ਹਿਮ ਨਦੀ 'ਚੋਂ ਨਿਕਲਦੀ ਆ। ਤਿੱਬਤ ਵਿੱਚ ਸਿੰਧ ਨੂੰ ਸਿੰਘੀ ਖੰਬਣ ਜਾਂ ਸ਼ੇਰ ਦਾ ਮੁੱਖ ਕਿਹਾ ਜਾਂਦਾ ਹੈ। ਸਿੰਘੀ ਖੰਬਣ, ਸਿੰਘ ਸ਼ਬਦ ਵੀ ਦਾ ਮਤਲਬ ਸ਼ੇਰ ਹੀ ਹੁੰਦਾ। ਤਿੱਬਤ ਦੇ ਵਿੱਚ ਉਹਨੂੰ ਸਿੰਘੀ ਖੰਬਣ ਜਾਂ ਸ਼ੇਰ ਦਾ ਮੁੱਖ ਕਿਹਾ ਜਾਂਦਾ ਹੈ। ਭਾਰਤ ਵਿੱਚ ਪ੍ਰਵੇਸ਼ ਕਰਨ ਉਪਰੰਤ ਇਹ ਲੱਦਾਖ, ਜਾਸਕਰ, ਗਿਲਗਿਤ ਬਾਲਟਿਸਤਾਨ ਨੂੰ ਪਾਰ ਕਰਦੀ ਹੋਈ ਅਟਕ ਨੇੜੇ ਪਾਕਿਸਤਾਨ ਵਿੱਚ ਪ੍ਰਵੇਸ਼ ਕਰਦੀ ਹੈ। ਸਿੰਧ ਦੀ ਕੁੱਲ ਲੰਬਾਈ 2880 ਕਿਲੋਮੀਟਰ ਹੈ। ਭਾਰਤ ਵਿੱਚ ਇਸ ਦੀ ਲੰਬਾਈ 709 ਕਿਲੋਮੀਟਰ ਹੈ। ਇਸ ਦੀਆਂ ਖੱਬੇ ਪਾਸੇ ਦੀਆਂ ਸਹਾਇਕ ਨਦੀਆਂ ਜਾਸਕਰ, ਜੇਹਲਮ, ਚਨਾਬ, ਸਤਲੁਜ, ਸਵਾਨ, ਬਿਆਸ ਅਤੇ ਰਾਵੀ ਹਨ। ਪੰਜਾਬ ਦੀਆਂ ਸਾਰੀਆਂ ਨਦੀਆਂ, 5 ਪੁਰਾਣੇ ਪੰਜਾਬ ਦੇ ਦਰਿਆ ਨੇ, 5 ਦੇ 5 ਦਰਿਆ ਜਿਹੜੇ ਆ, 5 ਚੋਂ ਇੱਕ ਸਤਲੁਜ ਆ, ਅਤੇ ਸਾਰੇ ਚਾਰੇ ਦੇ ਬਾਕੀ ਚਾਰੇ ਦਰਿਆ ਜਿਹੜੇ ਸਤਲੁਜ ਉਹ ਚਾਰੇ ਉਹ ਸਤਲੁਜ ਦੇ ਜਾ ਕੇ ਮਿਲਦੇ ਆ। ਠੀਕ ਹੈ, ਇਹ ਆਪਾਂ ਜਦੋਂ ਨਕਸ਼ਾ ਕਰਦੇ ਹਾਂ ਪੁਰਾਣੇ ਪੰਜਾਬ ਦਾ ਤਾਂ ਸਾਨੂੰ ਉਹਦੇ 'ਚ ਪਤਾ ਲੱਗਦਾ ਹੈ। ਅਤੇ ਸੱਜੇ ਪਾਸਿਓਂ ਸਿਓਕ, ਗਿਲਗਿਤ, ਕਾਬੁਲ ਅਤੇ ਸਕਾਰਦੂ ਅਤੇ ਸਿੰਘੋ ਆਦਿ ਹਨ। ਇਹ ਸਾਰੇ ਦਰਿਆ ਜਿਹੜੇ ਆ ਇਹ ਮਿਲ ਕੇ ਸਾਰੇ ਸਿੰਧ ਦਰਿਆ ਦੇ ਵਿੱਚ ਪਹੁੰਚਦੇ ਆ। ਠੀਕ ਹੈ ਨਾ। ਜਿਹੜਾ ਸਤਲੁਜ ਦਰਿਆ ਵੀ ਆ ਉਹਦੇ 'ਚ ਚਾਰੇ ਦਰਿਆ ਰਲਦੇ ਆ, ਅਤੇ ਉਹ ਚਾਰੇ ਪੰਜਾਬ ਦੇ ਦਰਿਆ ਜਿਹੜੇ ਹੈਗੇ ਆ ਚਨਾਬ, ਸਤਲੁਜ, ਰਾਵੀ ਅਤੇ ਬਿਆਸ, ਇਹ ਚਾਰੇ ਦਰਿਆ ਸਤਲੁਜ ਰਲਦੇ ਅਤੇ ਸਤਲੁਜ ਅੱਗੇ ਜਾ ਕੇ ਜੇਹਲਮ ਆਪਣਾ ਸਿੰਧ 'ਚ ਰਲਦਾ ਆ। ਅਤੇ ਇੱਦਾਂ ਹੀ ਸਿੰਧ 'ਚ ਹੋਰ ਵੀ ਕਈ ਦਰਿਆ ਕਿਹਨਾਂ ਦੇ ਨਾਂ ਲਿਖੇ ਹੋਏ ਨਾ, ਸਿਓਕ, ਗਿਲਗਿਤ, ਕਾਬੁਲ, ਸਕਾਰਦੂ, ਸਿੰਘੋ ਆਦਿ, ਇਹ ਸਾਰੇ ਰਲਦੇ ਆ। ਤਾਂ ਇਹ ਸੀ ਨਦੀ ਤੰਤਰ ਕਿਹਦਾ? ਸਿੰਧ ਅਤੇ ਉਸ ਦੀਆਂ ਸਹਾਇਕ ਨਦੀਆਂ ਦਾ। ਮਤਲਬ ਸਾਰੇ ਦਰਿਆ ਜਾ ਕੇ ਸਿੰਧ 'ਚ ਰਲਦੇ ਆ। ਅੱਗੇ ਪ੍ਰਸ਼ਨ ਆ ਗਏ ਬੱਚਿਓ। ਪ੍ਰਸ਼ਨ ਹੈ ਪਹਿਲਾ, ਸਿੰਧ ਨਦੀ ਦੀ ਕੁੱਲ ਲੰਬਾਈ ਕਿੰਨੀ ਹੈ? ਤਾਂ ਆਪਾਂ ਪੜ੍ਹ ਚੁੱਕੇ ਹਾਂ, ਕੁੱਲ ਲੰਬਾਈ ਹੈਗੀ 2880 ਕਿਲੋਮੀਟਰ। ਤਿੱਬਤ ਵਿੱਚ ਸਿੰਧ ਨਦੀ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? ਕਿਹੜੇ ਨਾਂ ਨਾਲ? ਸਿੰਘੀ ਖੰਬਣ। ਖੰਬਣ, ਸਿੰਘ ਦਾ ਮੂੰਹ ਯਾਨੀ ਸ਼ੇਰ ਦਾ ਮੂੰਹ ਇਹ ਕਿਹਾ ਜਾਂਦਾ ਹੈ। ਹਰਜਿੰਦਰ ਪਟਿਆਲਾ ਸ਼ਹਿਰ ਵਿੱਚ ਰਹਿੰਦਾ ਹੈ। ਉਹ ਆਪਣੇ ਮਿੱਤਰਾਂ ਨਾਲ ਭਾਰਤੀ ਹਿੱਸੇ ਵਿੱਚ ਵਗਣ ਵਾਲੀ ਸਿੰਧ ਨਦੀ ਨੂੰ ਵੇਖਣ ਜਾ ਰਿਹਾ ਹੈ। ਉਸ ਦੇ ਰਸਤੇ ਵਿੱਚ ਸਿੰਧ ਦੀਆਂ ਕਿਹੜੀਆਂ ਕਿਹੜੀਆਂ ਸਹਾਇਕ ਨਦੀਆਂ ਆਉਣਗੀਆਂ? ਪਟਿਆਲੇ 'ਚ ਰਹਿ ਰਿਹਾ ਹੈ ਅਤੇ
ਤੇ ਉਹਨੇ ਜਾਣਾ ਆ ਸਿੰਧ ਨਦੀ ਨੂੰ ਵੇਖਣ, ਤਾਂ ਰਸਤੇ 'ਚ ਕਿਹੜੀਆਂ ਕਿਹੜੀਆਂ ਨਦੀਆਂ ਆਉਣਗੀਆਂ। ਠੀਕ ਹੈ, ਤਾਂ ਹੁਣ ਦੇਖੋ 4 ਆਪਸ਼ਨ ਹੈਗੇ ਸਾਡੇ ਕੋਲ। 4 ਆਪਸ਼ਨਾਂ ਦੇ ਵਿੱਚ ਬਹੁਤ ਸਾਰੇ ਦਰਿਆਵਾਂ ਦੇ ਨਾਂ ਲਿਖੇ ਹੋਏ ਆ। ਤਾਂ ਜਦੋਂ ਉਹ ਭਾਰਤੀ ਹਿੱਸੇ ਦੀ, ਕਿਉਂਕਿ ਗੱਲ ਸਿਰਫ ਭਾਰਤੀ ਹਿੱਸੇ ਦੀ ਕੀਤੀ ਆ, ਤਾਂ ਭਾਰਤ ਦਾ ਜਿਹੜੇ ਦਰਿਆ ਹੈਗੇ ਆ ਉਹਨਾਂ ਦੀ ਜਦੋਂ ਅਸੀਂ ਗੱਲ ਕਰਾਂਗੇ ਤਾਂ ਸਿਰਫ 2 ਦਰਿਆ ਆਉਣੇ ਚਾਹੀਦੇ ਆ, ਸਤਲੁਜ ਤੇ ਬਿਆਸ। ਤੇ ਜੇ ਅਸੀਂ ਪੁਰਾਣੇ ਪੰਜਾਬ ਦੀ ਵੀ ਗੱਲ ਕਰਾਂਗੇ ਤਾਂ ਪੁਰਾਣੇ ਪੰਜਾਬ 'ਚ ਦੇ ਮੁਤਾਬਕ ਸਾਡਾ ਉੱਤਰ ਆ ਆਏਗਾ, ਜੇਹਲਮ, ਚਨਾਬ, ਸਤਲੁਜ, ਬਿਆਸ ਤੇ ਰਾਵੀ। ਇਹ 4 ਦਰਿਆ ਜਾ ਕੇ ਅੱਗੇ ਸਿੰਧ ਦੇ ਵਿੱਚ ਜਾ ਕੇ ਮਿਲਦੇ ਆ। ਪਹਿਲਾਂ ਸਤਲੁਜ 'ਚ ਮਿਲਦੇ, ਫਿਰ ਸਤਲੁਜ ਤੋਂ ਅੱਗੇ ਸਿੰਧ 'ਚ ਮਿਲਦੇ। ਠੀਕ ਹੈ ਜੀ। ਇਹਨਾਂ ਵਿੱਚ ਮੌਜੂਦਾ ਪੰਜਾਬ ਵਿੱਚ ਵਗਣ ਵਾਲੀਆਂ ਨਦੀਆਂ ਕਿਹੜੀਆਂ ਹਨ? ਮੌਜੂਦਾ ਪੰਜਾਬ ਜਿਹੜਾ ਹੋਣ ਵਾਲਾ ਸਾਡਾ 1947 ਤੋਂ ਬਾਅਦ ਦਾ ਪੰਜਾਬ ਹੈ, ਕਿਉਂਕਿ ਜਦੋਂ ਭਾਰਤ ਤੇ ਪਾਕਿਸਤਾਨ ਦੀ ਵੰਡ ਹੋਈ ਹੈ, ਭਾਰਤ ਜਦੋਂ ਆਜ਼ਾਦ ਹੋਇਆ 15 ਅਗਸਤ 1947 ਨੂੰ, ਤਾਂ 2 ਹਿੱਸਿਆਂ 'ਚ ਵੰਡਿਆ ਗਿਆ, ਪਾਕਿਸਤਾਨ ਤੇ ਭਾਰਤ। ਤੇ ਅੱਧਾ ਪੰਜਾਬ ਜਿਹੜਾ ਪਾਕਿਸਤਾਨ 'ਚ ਚਲੇ ਗਿਆ, ਅੱਧਾ ਭਾਰਤ 'ਚ ਰਹਿ ਗਿਆ। 3 ਦਰਿਆ ਉਹਦੇ ਚਲੇ ਗਏ ਪਾਕਿਸਤਾਨ ਦੇ ਵਿੱਚ, 2 ਸਾਡੇ ਕੋਲ ਰਹਿ ਗਏ। ਤਾਂ ਸਾਡੇ ਕੋਲ ਜਿਹੜੇ ਇਸ ਵੇਲੇ ਦਰਿਆ ਹਨ ਉਹ ਹੈ ਸਤਲੁਜ ਤੇ ਬਿਆਸ। ਸੋ ਬੱਚਿਓ, ਇਹ ਸਾਡੀ ਅਸਾਈਨਮੈਂਟ ਸੀ 2 ਦਿਨਾਂ ਦੀ, 17 ਤੇ 18 ਤਰੀਕ ਦੀ। ਆਸ ਹੈ ਕਿ ਤੁਹਾਨੂੰ ਹਿਮਾਲਿਆ ਨਦੀ ਤੰਤਰ ਤੇ ਸਿੰਧ ਤੇ ਉਹਦੀਆਂ ਸਹਾਇਕ ਨਦੀਆਂ ਦੇ ਬਾਰੇ ਪਤਾ ਲੱਗ ਗਿਆ ਹੋਵੇਗਾ। ਧੰਨਵਾਦ।